ਦੋਸਤੋ ਅੱਜ ਆਪਾਂ 6ਵਾਂ ਕਾਂਡ ਕਰਾਂਗੇ। ਇਹੋ ਹਮਾਰਾ ਜੀਵਨਾਂ ਦਾ। ਹੁਣ ਤੱਕ ਆਪਾਂ 5 ਕਾਂਡ ਕਰ ਚੁੱਕੇ ਹਾਂ ਔਰ ਇਸ ਨਾਵਲ ਦੀ ਖੂਬਸੂਰਤੀ, ਇਸ ਨਾਵਲ ਦੀ ਭਾਸ਼ਾ ਦੀ ਖੂਬਸੂਰਤੀ, ਇਸ ਨਾਵਲ ਦੇ ਬਿਰਤਾਂਤ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। 6ਵਾਂ ਕਾਂਡ ਆਪਾਂ ਸ਼ੁਰੂ ਕਰਦੇ ਹਾਂ। ਸਿਆਲ ਲੰਘ ਗਿਆ, ਲੋਕਾਂ ਨੇ ਰਜਾਈਆਂ ਵਿਛਾਉਣੇ ਟੰਗਣਿਆਂ ਉੱਤੇ ਸਾਂਭ ਦਿੱਤੇ। ਪੁਰਾਣੇ ਸਮਿਆਂ ਦੇ ਵਿੱਚ ਇੱਕ ਦੀਵਾਰ ਤੋਂ ਦੂਜੀ ਦੀਵਾਰ ਤੇ ਕਮਰੇ ਦੇ ਵਿੱਚ ਇੱਕ ਦੀਵਾਰ ਤੋਂ ਦੂਜੀ ਦੀਵਾਰ ਤੱਕ ਰੱਸੇ ਬੰਨ੍ਹ ਕੇ ਉਹਨਾਂ ਉੱਪਰ ਹੀ ਜਿਹੜੇ ਆ ਉਹ ਕੱਪੜੇ ਲੀੜੇ ਜਿਹੜੇ ਆ ਉਹ ਸਾਂਭੇ ਜਾਂਦੇ ਸੀ। ਸਿਆਲ ਲੰਘ ਗਿਆ, ਲੋਕਾਂ ਨੇ ਰਜਾਈਆਂ ਵਿਛਾਉਣੇ ਟੰਗਣਿਆਂ ਉੱਤੇ ਸਾਂਭ ਦਿੱਤੇ। ਪਾਲੇ ਦੇ ਮਾਰੇ ਠੋਠਰ ਕਰਦੇ ਜਵਾਕ ਹੁਣ ਭੂੰਡਾਂ ਵਾਂਗੂ ਬੀਹੀ 'ਚ ਨਿਕਲਣ ਲੱਗੇ। ਬੀਹੀ ਵਿਚਲਾ ਚਿੱਕੜ ਵੀ ਸੁੱਕਣ ਲੱਗਿਆ। ਕਣਕਾਂ ਵਿੱਚ ਪੀਲੀ ਭਾ ਮਾਰਨ ਲੱਗੀ। ਦਿਨ ਅੱਗੇ ਨਾਲੋਂ ਵੱਡੇ ਹੋ ਗਏ ਸਨ। ਆਪਾਂ ਐਤਕੀ ਇੱਕ ਸੀਰੀ ਲਾ ਕੇ ਥੋੜ੍ਹੀ ਜਿਹੀ ਖੇਤੀ ਕਰ ਲਈਏ। ਭਾਨੋ ਨੇ ਚਾਹ ਦੀ ਗੜਵੀ ਤੇ ਕੌਲੀ ਨਰੈਣ ਕੋਲ ਧਰਦਿਆਂ ਕਿਹਾ, ਯਾਨੀ ਇੱਕ ਸਲਾਹ ਦਿੱਤੀ ਕਿ ਆਪਾਂ ਐਤਕੀ ਇੱਕ ਸੀਰੀ ਰਲਾ ਕੇ ਥੋੜ੍ਹੀ ਜਿਹੀ ਖੇਤੀ ਕਰ ਲਈਏ। ਬਾਪੂ ਦੇ ਵੇਲੇ ਤੇ 4 ਹਲਾਂ ਦੀ ਖੇਤੀ ਹੁੰਦੀ ਸੀ, ਥਾਂ ਨਹੀਂ ਸੀ ਹੁੰਦਾ ਦਾਣੇ ਪਾਉਣ ਨੂੰ। ਪਰ ਹੁਣ ਤੂੰ ਸਿਆਣੀ ਐ, ਆਪ ਨਾਲ ਲੱਗੇ ਬਿਨਾ ਸੀਰੀ ਕਿਹੜਾ ਡੱਕਾ ਦੂਰਾ ਕਰਕੇ ਦਿੰਦਾ ਹੈ। ਤੇ ਮੈਂ ਤੈਨੂੰ ਪਹਿਲਾਂ ਹੀ ਪਤਾ ਹੈ ਵੀ ਸਾਰੀ ਉਮਰ ਨਹੀਂ ਖੇਤੀ ਕੀਤੀ, ਹੁਣ ਕੀ ਕਰਨੀ ਹੈ। ਨਾਲੇ ਆਪਣੇ ਕਿਹੜਾ ਜਵਾਕ ਰੋਂਦੇ ਐ। ਦੋ ਜੀਆਂ ਦੇ ਖਾਣ ਜੋਗੇ ਦਾਣੇ ਬਟਾਈ ਦੇ ਆਈ ਜਾਂਦੇ ਐ, ਹੋਰ ਆਪਾਂ ਨੂੰ ਕੀ ਚਾਹੀਦਾ। ਬਟਾਈ ਵਾਲੇ ਵੀ ਅੱਜ ਕੱਲ੍ਹ ਕੀ ਦਿੰਦੇ ਐ। ਦੁਨੀਆ 'ਚ ਬੇਈਮਾਨੀਆਂ ਵਧੀਆਂ ਹੋਈਆਂ ਨੇ। ਹਨੇਰੇ ਸਵੇਰੇ ਅਗਲਾ ਲਾਣ ਦੇ ਹੀ 4 ਭਰੇ ਚੱਕ ਕੇ ਆਪਣੇ ਪਿੜ 'ਚ ਸਿੱਟ ਲੈਂਦਾ। ਇਸ ਡਾਇਲੌਗ ਨੂੰ ਮੈਂ ਫਿਰ ਰਿਪੀਟ ਕਰਦਾ। ਬਟਾਈ ਤੋਂ ਭਾਵ ਕੀ ਹੈ ਕਿ ਵੱਟੇ 'ਤੇ ਜ਼ਮੀਨ ਜਿਹੜੀ ਆ ਉਹ ਦਿੰਦੇ ਆ। ਪੁਰਾਣੇ ਸਮਿਆਂ ਦਾ ਇਹ ਤਰੀਕਾ ਸੀਗਾ, ਜਿਵੇਂ ਅੱਜ ਕੱਲ੍ਹ ਠੇਕੇ 'ਤੇ ਜ਼ਮੀਨ ਚੱਲਦੀ ਹੈ ਜਾਂ ਹਿੱਸੇ 'ਤੇ ਜ਼ਮੀਨ ਚੱਲਦੀ ਹੈ। ਬਟਾਈ ਵਾਲੇ ਵੀ ਅੱਜ ਕੱਲ੍ਹ ਕੀ ਦਿੰਦੇ ਨੇ। ਦੁਨੀਆ ਵਿੱਚ ਬੇਈਮਾਨੀਆਂ ਵਧੀਆਂ ਹੋਈਆਂ ਨੇ। ਹਨੇਰੇ ਸਵੇਰੇ ਅਗਲਾ ਲਾਣ ਦੇ ਹੀ 4 ਭਰੇ ਚੱਕ ਕੇ ਆਪਣੇ ਪਿੜ 'ਚ ਸਿੱਟ ਲੈਂਦਾ। ਉਹ ਤਾਂ ਤੇਰੀ ਗੱਲ ਠੀਕ ਹੈ, ਪਰ ਪਹਿਲਾਂ ਹੁਣ ਬਲਦ ਖਰੀਦੋ, ਖੇਤੀ ਦਾ ਸਾਰਾ ਢਾਂਸ ਕਰੋ, ਫਿਰ ਸੀਰੀਆਂ ਦੇ ਮਗਰ ਸਾਰਾ ਦਿਨ ਫਿੜੀ ਕਰਦੇ ਫਿਰੋ। ਪਰ ਕਾਹਦੀ ਖਾਤਰ। ਆਪਣੀਆਂ ਕੀ ਕੁੜੀਆਂ ਬਾਹਰੋਂ ਉਠਾਉਣ ਖਣੋ ਬੈਠੀਆਂ ਨੇ ਵੀ ਏਡੇ ਔਖੇ ਹੋਈਏ। ਕੁੜੀਆਂ ਨਾ ਸਹੀ, 4 ਪੈਸੇ ਬੰਦੇ ਦੇ ਕੋਲ ਹੋਣ ਤਾਂ ਸਾਰੇ ਹੀ ਪੁੱਛਦੇ ਨੇ, ਨਹੀਂ ਤਾਂ ਕੋਈ ਨਹੀਂ ਸਿਆਣਦਾ। ਉੱਤੋਂ ਵਡੇਪਾ ਆਉਂਦਾ ਤੁਰਿਆ, ਮਾਰੋ ਮਾਰ ਕਰਦਾ। ਆਪੇ ਫਿਕਰ ਕਰੂ ਜਿਹਨੇ ਬਣਾਏ ਆ। ਹੁਣ ਤੱਕ ਜਿਹੜਾ ਦਿੰਦਾ ਰਿਹਾ ਗਾਹਾਂ ਵੀ ਦੇਊਗਾ। ਤੇਰਾ ਕੀ ਖਿਆਲ ਹੈ। ਉਹ ਤਾਂ ਪੱਥਰ 'ਚ ਕੀੜੇ ਨੂੰ ਵੀ ਦਿੰਦਾ ਤਾਂ ਹੈ, ਪਰ ਮੂੰਹ 'ਚ ਬੁਰਕੀ ਤਾਂ ਆਪ ਹੀ ਚੱਕ ਕੇ ਪਾਉਣੀ ਪੈਂਦੀ ਹੈ। ਅਸੀਂ ਤਾਂ ਉਹ ਵੀ ਤੈਥੋਂ ਹੀ ਪਵਾ ਲਿਆ ਕਰਾਂਗੇ। ਮਖਾ ਤੂੰ ਇਹ ਖੁਰਲੀਆਂ ਕਾਸ ਤੋਂ ਢਾਉਣ ਲੱਗੀ ਪਈਆਂ ਅੱਜ। ਗੰਧਾਲੇ ਨਾਲ ਖਲੇਪੜ ਲਾਉਂਦੀ ਭਾਨੂ ਨੂੰ ਦੇਖ ਕੇ ਨਰੈਣ ਨੇ ਪੁੱਛਿਆ। ਮੈਂ ਕਿਹਾ ਵੱਡਿਆਂ ਵਡੇਰਿਆਂ ਦਾ ਕੁਛ ਦੱਬਿਆ ਦਬਾਇਆ ਹੀ ਥਿਆਜੂ, ਭਾਨੂ ਨੇ ਮਸ਼ਕਰੀ ਕੀਤੀ। ਬਾਪੂ ਦੇ ਵੇਲੇ ਮੇਰੀ ਦਾਦੀ ਨੇ ਪਿਛਲੀ ਕੋਠੜੀ 'ਚੋਂ ਇੱਕ ਵਾਰੀ ਚਾਂਦੀ ਦੇ ਰੁਪਈਆਂ ਦੀ ਬਲਣੀ ਕੱਢੀ ਸੀ। ਕਹਿੰਦੀ ਸੀ ਇਹ ਮੇਰੀ ਸੱਸ ਮਰਨ ਲੱਗੀ ਦੱਸ ਕੇ ਗਈ ਸੀ। ਜਦੋਂ ਦੇ ਸਹੁਰੇ ਕਾਗਜ਼ਾਂ ਦੇ ਰੁਪਈਏ ਚੱਲੇ ਨੇ, ਕੋਈ ਦੱਬ ਕੇ ਹੀ ਨਹੀਂ ਰੱਖ ਸਕਦਾ। ਪਰ ਮਖਾਂ ਤੂੰ ਸੱਚੀ ਕਿਉਂ ਢਾਈ ਜਾਂਦੀ ਹੈ ਖੁਰਲੀਆਂ। ਵਿਹਲੀ ਸੀ, ਮੈਂ ਕਿਹਾ ਖੁਰਲੀਆਂ ਢਾਹ ਕੇ ਬਣਾ ਲੈਂਦੀ ਆ। ਮੁੜ ਕੇ ਮਿੱਟੀ ਲਾਉਣ ਨਾਲ ਲਿਓੜ ਲੈਣ ਲੱਗ ਪਏ ਸੀ। ਚੰਗੀਆਂ ਭਲੀਆਂ ਦਾ ਸੀ, ਪਰ ਤੇਰੀ ਵੀ ਹੱਡੀ 'ਚ ਚੈਨ ਹੈ ਨਹੀਂ। ਆਰਾਮ ਕਰ ਲਿਆ ਕਰ 2 ਘੜੀ, ਕੀ ਲੈ ਜਾਣਾ ਇਸ ਜੱਗ ਤੋਂ। ਵਿਹਲੀ ਦਾ ਤਾਂ ਮੇਰਾ ਜੀ ਨਹੀਂ ਲੱਗਦਾ, ਕੰਮ ਕਰਦੀ ਸਗੋਂ ਚੰਗੀ ਰਹਿੰਦੀ ਹੈ। ਉਹ ਤਾਂ ਠੀਕ ਹੈ, ਕੰਮ ਤਾਂ ਬੰਦੇ ਦੇ ਕਰਮ ਹੁੰਦੇ ਨੇ, ਪਰ 2 ਘੜੀ ਆਰਾਮ ਵੀ ਚਾਹੀਦਾ। ਅੱਜ ਕੱਪੜੇ ਲਾਹ ਜੀ, ਬਾਹਰ ਨੂੰ ਜਾਂਦਾ ਹੋਇਆ ਸੋਡਾ ਵਾਲਿਆ ਪਿਆ। ਇਹ ਸੋਡਾ ਜਿਹੜਾ ਕੀ ਹੁੰਦਾ ਸੀ ਪੁਰਾਣੇ ਸਮੇਂ 'ਚ, ਜਿਹੜਾ ਕਾਸਟਿਕ ਸੋਡਾ ਪਾ ਕੇ ਜਿਹੜੀ ਤੰਦ ਮੈਲ ਪਏ ਹੋਏ ਕੱਪੜੇ ਆ ਉਹ ਧੋਤੇ ਜਾਂਦੇ ਸੀ। ਅੱਜ ਵਾਂਗ ਜਿਹੜੀ ਕੋਈ ਵੱਖੋ ਵੱਖਰੀਆਂ ਕੰਪਨੀਆਂ ਦੇ ਨਿਰਮਾ ਵਾਸ਼ਿੰਗ ਪਾਊਡਰ ਤੋਂ ਲੈ ਕੇ ਤੇ ਹੋਰ ਪਤਾ ਨਹੀਂ ਕਿਹੜੇ ਵਾਸ਼ਿੰਗ ਪਾਊਡਰ ਆਉਂਦੇ ਆ, ਉਹਨਾਂ ਦਾ ਜ਼ਮਾਨਾ ਆ ਗਿਆ। ਪੁਰਾਣੇ ਸਮੇਂ 'ਚ ਕਾਸਟਿਕ ਸੋਡੇ ਨੂੰ ਉਬਾਲ ਕੇ ਹੀ ਉਹਦੇ ਵਿੱਚ ਖੱਦਰ ਦੇ ਕੱਪੜੇ ਜਿਹੜੇ ਆ ਧੋ ਲਏ ਜਾਂਦੇ ਸੀ। ਅੱਜ ਕੱਪੜੇ ਲਾਹ ਜੀ, ਬਾਹਰ ਨੂੰ ਜਾਂਦਾ ਹੋਇਆ ਸੋਡਾ ਉਬਾਲਿਆ ਪਿਆ। ਅਜੇ ਚੰਗੇ ਭਲੇ ਨੇ
ਨਰੈਣ ਨੇ ਆਪਣੇ ਤੋੜ ਸਿਰ ਪਾਏ ਕੱਪੜਿਆਂ ਵੱਲ ਝਾਕਦਿਆਂ ਕਿਹਾ, ਹੱਡ ਮੈਲ ਪਈ ਹੋਈ ਹੈ, ਫੇਰ ਨਹੀਂ ਨਿਕਲਦੀ। ਕਿਧਰੇ ਨਹੀਂ ਹੱਡ ਮੈਲ ਪੈਂਦੀ। ਪਿਛਲੀ ਵਾਰ ਹੇਠਲੀ ਜਾਕਟ 'ਚ ਹੱਡ ਮੈਲ ਦੀ ਥਾਂ ਜੂਆਂ ਵੀ ਪੈ ਗਈਆਂ ਸੀ, ਉਹ ਤਾਂ ਤੇਰੇ ਕੋਲੋਂ ਚੜ੍ਹ ਗਈਆਂ ਸੀ। ਅਮਲੀ ਨੇ ਹੱਸ ਕੇ ਕਿਹਾ, ਮੈਂ ਤਾਂ ਹਰ ਰੋਜ਼ ਤੜਕੇ ਠੰਡੇ ਪਾਣੀ ਨਾਲ ਨਹਾਉਣੀ ਹੈ, ਮੇਰੇ ਜੂਆਂ ਕਿੱਥੇ। ਉਹ ਇੱਕ ਗੱਲ ਤਾਂ ਮਾੜੀ ਆ ਭਾਨੋ, ਕੀ ਤੜਕੇ ਉੱਠ ਕੇ ਨਹਾ ਕੇ ਜਿਹੜਾ ਤੂੰ ਪਾਠ ਜਿਹਾ ਕਰਨ ਲੱਗ ਜਾਂਦੀ ਹੈ ਨਾ, ਤੈਨੂੰ ਤਾਂ ਰੱਬ ਲੈ ਜੂ ਸੁਰਗ 'ਚ, ਤੇ ਮੈਂ ਇਕੱਲਾ ਰਹਿ ਜੂ ਨਰਕ 'ਚ, ਤੇ ਮੈਂ ਉੱਥੇ ਕੀ ਕਰੂੰ। ਵਾਧੂ ਝੇਡਾ ਨਾ ਕਰ, ਲੈ ਲਓ ਕੱਕੜੀਆਂ ਖਰਬੂਜੇ। ਬਾਹਰ ਬੀਹੀ 'ਚ ਅਰਾਇਣ ਨੇ ਹੋਕਾ ਦਿੱਤਾ। ਅਰਾਇਣ ਕੀ ਹੈ? ਅਰਾਈ ਜਾਤੀ ਦੇ ਲੋਕ ਜਿਹੜੇ ਹੈ, ਮਾਲੀ ਜਾਤੀ ਦੇ ਲੋਕ ਖੇਤੀ ਕਰਦੇ ਹੁੰਦੇ ਸੀਗੇ, ਸਬਜ਼ੀਆਂ ਦੀ ਖੇਤੀ ਕਰਦੇ ਸੀ ਤੇ ਸਬਜ਼ੀਆਂ ਵੇਚਦੇ ਸੀ। ਬੁੱਲੇ ਸ਼ਾਹ ਦਾ ਜਿਹੜਾ ਮੁਰਸ਼ਦ ਸੀਗਾ ਉਹ ਵੀ ਅਰਾਈ ਜਾਤੀ ਦਾ ਸੀ, ਤੇ ਬੁੱਲੇ ਨੂੰ ਇਸੇ ਕਰਕੇ ਉਹਦਾ ਸ਼ਰੀਕਾ ਕਬੀਲਾ ਕਹਿੰਦਾ ਸੀ ਕਿ ਅਰਾਈ ਜਾਤੀ ਦੇ ਲੋਕਾਂ ਨਾਲ ਬਹੁਤਾ ਸਹਿਚਾਰ ਨਹੀਂ ਰੱਖੀਦਾ, ਇਹ ਛੋਟੀ ਜਾਤੀ ਦੇ ਲੋਕ ਹੁੰਦੇ ਆ। ਇੱਥੇ ਜਿਹੜੀ ਅਰਾਈ ਦਾ ਜਿਹੜਾ ਇਸਤਰੀ ਲਿੰਗ ਹੈ ਉਹ ਅਰਾਇਣ ਹੈ। ਲੈ ਲਓ ਕੱਕੜੀਆਂ ਖਰਬੂਜੇ। ਬਾਹਰ ਬੀਹੀ 'ਚ ਅਰਾਇਣ ਨੇ ਹੋਕਾ ਦਿੱਤਾ। ਖਰਬੂਜੇ ਤਾਂ ਲੈ ਦੇ ਭਾਨੋ। ਨਰੈਣ ਨੇ ਭਾਨੋ ਦਾ ਮਨ ਨੂੰ ਤਰਲਾ ਕੀਤਾ, ਤੂੰ ਕੋਈ ਜਵਾਕ ਹੈ? ਹਾੜੇ ਹਾੜੇ ਲੈ ਦੇ। ਭਾਨੋ ਸੇਰਕੂ ਦਾਣੇ ਪੱਲੇ 'ਚ ਪਾ ਮੁਸਕੜੀ ਹੱਸਦੀ ਖਰਬੂਜੇ ਲੈਣ ਚਲੀ ਗਈ। ਤੇ ਪਿੰਡਾਂ ਦੀ ਆਰਥਿਕਤਾ ਵਿੱਚ ਇਹ ਵੀ ਚੱਲਦਾ ਸੀ ਕਿ ਜਦੋਂ ਕੋਈ ਚੀਜ਼ ਵੇਚਣ ਵਾਲਾ ਆਉਂਦਾ ਸੀਗਾ ਤਾਂ ਉਹਨੂੰ ਦਾਣਿਆਂ ਦੇ ਭਾਰ, ਫਰਜ਼ ਕਰੋ ਜੇ ਦਾਣੇ 1 ਰੁਪਏ ਕਿਲੋ ਹੈ ਤੇ ਖਰਬੂਜੇ ਵੀ 1 ਰੁਪਏ ਕਿਲੋ ਹੈ, ਤਾਂ ਉਹ ਬਰਾਬਰ ਦੇ ਭਾਰ ਦੇ ਦਿੰਦੇ ਸੀ। ਜਾਂ ਜਿਹੜਾ ਸੌਦਾ ਉਹ ਦੱਸਿਆ ਇਸ ਤਰ੍ਹਾਂ ਜਾਂਦਾ ਸੀ ਕਿ ਸੇਰ ਦੇ ਭਾਰ ਹੈ ਜਾਂ 1.5 ਸੇਰ ਦੇ ਭਾਰ ਹੈ, ਇਸ ਤਰ੍ਹਾਂ ਕਰਕੇ ਜਿਹੜੀ ਆ ਉਹ ਸੇਲ ਪਰਚੇਜ਼ ਕੀਤੀ ਜਾਂਦੀ ਸੀ। ਭਾਨੋ ਸੇਰਕੂ ਦਾਣੇ ਪੱਲੇ 'ਚ ਪਾ ਮੁਸਕੜੀ ਹੱਸਦੀ ਖਰਬੂਜੇ ਲੈਣ ਚਲੀ ਗਈ। ਕੁੜੇ ਭਾਨੋ ਐ, ਦਾਣੇ ਤੱਕੜੀ ਦੇ ਪੱਲੇ ਵਿੱਚ ਪਾਉਂਦੀ ਸੈਰਾਂ ਅਰਾਇਣ ਬੋਲੀ। ਆਹੋ, ਭਾਨੋ ਨੇ ਬਿਨਾਂ ਸੈਰਾਂ ਵੱਲ ਤੱਕਦਿਆਂ ਕਿਹਾ। ਕੁੜੇ ਰਾਜੀ ਤਾਂ ਹੈ, ਤੂੰ ਤਾਂ ਜਾਣੀ ਸੁਪਨਾ ਹੀ ਹੋ ਗਈ। ਹੁਣ ਵੀ ਜਾਨੀ ਹੁੰਨੀ ਆ ਤੂੰ ਮੋਰਾਂ ਵਾਲੀ ਖਰਬੂਜੇ ਵੇਚਣ? ਭਾਨੋ ਨੇ ਝਕਦੀ ਨੇ ਪੁੱਛਿਆ। ਆਹੋ, ਉਹਨਾਂ ਦੇ ਘਰ ਸੁੱਖ ਸਾਂਦ ਹੈ? ਯਾਨੀ ਭਾਨੋ ਸਰਵਣ ਦੇ ਪਰਿਵਾਰ ਨਾਲ ਵੀ ਅਜੇ ਜੁੜੀ ਹੋਈ ਹੈ। ਉਹਨਾਂ ਦੇ ਘਰ ਸੁੱਖ ਸਾਂਦ ਹੈ? ਸੈਰਾਂ ਸਮਝ ਗਈ ਭਾਨੋ ਕਿਹੜੇ ਘਰ ਦੀ ਸੁੱਖ ਸਾਂਦ ਪੁੱਛਦੀ ਹੈ। ਜਦ ਤੇਰਾ ਉਹ ਘਰ ਸੀਰ ਹੀ ਨਾ ਰਿਹਾ, ਤੈਨੂੰ ਕੀ ਚੁੱਲ੍ਹੇ 'ਚ ਪਵੇ ਉਹਨਾਂ ਦੀ ਸੁੱਖ ਸਾਂਦ। ਸੈਰਾਂ ਦਾਣਿਆਂ ਬਰਾਬਰ ਖਰਬੂਜੇ ਜੋਖਦੀ ਬੋਲੀ। ਆਹੋ, ਉਹ ਤਾਂ ਹੈ। ਆਹੋ, ਭਾਨੋ ਜਿਵੇਂ ਆਪਣੇ ਆਪ ਨੂੰ ਹੀ ਕੁਝ ਆਖ ਰਹੀ ਸੀ। ਖਰਬੂਜੇ ਭਾਨੋ ਨੇ ਪੱਲੇ 'ਚ ਪਵਾਏ। ਪਿੱਛੋਂ ਇੱਕ ਚਿਬੜੀ ਹੋਰ ਟੋਕਰੇ ਵਿੱਚੋਂ ਚੱਕ ਕੇ ਸੈਰਾਂ ਨੇ ਭਾਨੋ ਦੇ ਪੱਲੇ ਵਿੱਚ ਪਾ ਦਿੱਤੀ। ਭਾਨੋ ਉਸ ਵੱਲ ਝਾਕੀ ਤੇ ਚੁੱਪ ਕਰ ਰਹੀ। ਲਵਾਏਂਗੀ ਹੱਥ? ਸੈਰਾਂ ਨੇ ਇੱਕ ਪਾਸੇ ਟੋਕਰੇ ਨੂੰ ਚੁੱਕਦਿਆਂ ਕਿਹਾ। ਆਹੋ ਲੈ, ਆਖ ਕੇ ਭਾਨੋ ਨੇ ਸੈਰਾਂ ਨੂੰ ਟੋਕਰਾ ਚੁਕਵਾ ਦਿੱਤਾ। ਪਲ ਦੋ ਪਲ ਲਈ ਉਹ ਸੈਰਾਂ ਨੂੰ ਜਾਂਦੀ ਨੂੰ ਦੇਖਦੀ ਰਹੀ, ਫਿਰ ਖਰਬੂਜੇ ਪੱਲੇ 'ਚ ਪਾਈ ਉਹ ਮੁੜ ਗਈ। ਥਾਲੀ 'ਚ ਖਰਬੂਜੇ ਤੇ ਸਾਗ ਚੀਰਨੀ ਦਾਤੀ ਉਹ ਨਰੈਣ ਕੋਲ ਧਰ ਕੇ ਆਪ ਮਿੱਟੀ ਮਿੱਧਣ ਜਾ ਲੱਗੀ। ਤੈਂ ਨਹੀਂ ਖਾਣੇ? ਨਰੈਣ ਨੇ ਖਰਬੂਜਾ ਚੀਰਦਿਆਂ ਪੁੱਛਿਆ। ਬਸ ਤੂੰ ਹੀ ਖਾ ਲੈ। ਕਿਉਂ, ਤੂੰ ਵੀ ਆ ਜਾ। ਮੇਰਾ ਤਾਂ ਚਿੱਤ ਜਿਹਾ ਨਹੀਂ ਮੰਨਦਾ। ਚੰਗਾ, ਤੇਰਾ ਚਿੱਤ ਜਿਹੜਾ ਖੁਸ਼ ਖਾਣ ਨੂੰ ਮੰਨਦਾ ਹੈ ਉਹ ਖਾ ਲਾ। ਐਤਕੀ ਆਪਾਂ ਗੰਗਾ ਨਹਾਉਣ ਤੇ ਚੱਲੀਏ? ਭਾਨੋ ਨੇ ਜਿਵੇਂ ਕਿਧਰੋਂ ਦੂਰੋਂ ਗੱਲ ਕੀਤੀ। ਪਿਛਲੀ ਵਾਰੀ ਤਾਂ ਗੰਗਾ ਮਾਈ ਨੇ ਤੂੰ ਦਿੱਤੀ ਸੀ, ਐਤਕੀ ਜੇ ਮੋੜ ਲਈ ਫਿਰ ਮੈਂ ਕੀ ਕਰੂੰਗਾ? ਜੇ ਰੱਖਣੀ ਹੁੰਦੀ ਤਾਂ ਗੰਗਾ ਮਾਈ ਉਦੋਂ ਹੀ ਰੱਖ ਲੈਂਦੀ, ਸਾਡੇ ਵਰਗੇ ਪਾਪੇ ਨੂੰ ਰੱਖ ਕੇ ਉਹਨੇ ਕੀ ਕਰਨਾ? ਤੂੰ ਕੀ ਪਾਪ ਕੀਤਾ? ਨਰੈਣ ਬੋਲਿਆ। ਕੀਤਾ ਹੀ ਹੋਊ, ਜਿਹੜਾ ਪਿਛਲੇ ਜਨਮ 'ਚ ਨਹੀਂ ਕੀਤਾ ਹੋਊ ਉਹਦਾ ਅੱਗੇ ਆ ਗਿਆ। ਅੱਗੋਂ ਭਾਨੋ ਚੁੱਪ ਕਰ ਗਈ। ਨਰੈਣ ਬਿੰਦਕੂ ਉਸਦੇ ਮੂੰਹ ਵੱਲ ਵੇਖਦਾ ਰਿਹਾ, ਫਿਰ ਖਰਬੂਜਾ ਖਾਂਦਾ ਬੋਲਿਆ। ਭਾਨੋ, ਜਿਸ ਚੀਜ਼ ਦੀ ਲੋੜ ਹੋਵੇ ਦੱਸ ਦਿਆ ਕਰ, ਕਿਸੇ ਗੱਲੋਂ ਔਖੀ ਨਾ ਰਹੀ। ਹੋਰ ਆਪਾਂ ਕਿਹਨੂੰ ਦੇਣਾ? ਕਦੇ ਬੀਬੀ ਕਰਤਾਰੀ ਕੋਲ ਵੀ ਜਾ ਆਇਆ ਕਰ, ਕੀ ਕਹਿੰਦੀ ਹੋ ਵੀ ਮੇਰਾ ਵੀ ਭਰਾ ਹੈ। ਕਰਤਾਰੀ ਨਰੈਣ ਦੀ ਭੈਣ ਹੈ ਜਿਹੜੀ ਯੂਪੀ ਦੇ ਵਿੱਚ ਵਿਆਹੀ ਹੋਈ ਹੈ। ਕਦੇ ਕਦੇ ਚਿੱਤ ਜਿਹਾ ਤਾਂ ਕਰਦਾ ਹੈ, ਪਰ ਐਡੀ ਦੂਰ ਜਾਵੇ ਕਿਹੜਾ? ਉਹ ਤਾਂ ਜਾਵ ਅਸੀਂ 12 ਪੱਤਣਾਂ ਤੋਂ ਪਾਰ 25 ਰੁਪਏ ਤਾਂ ਭਾੜੇ ਦੇ ਜਾਣ ਦੇ ਲੱਗ ਜਾਂਦੇ ਆ। ਯਾਨੀ ਉਹਨਾਂ ਵੇਲਿਆਂ ਦੇ ਪੁਰਾਣੇ ਸਮੇਂ ਦੇ 25 ਰੁਪਏ ਕਹਿਣ ਤੋਂ ਭਾਵ ਅੱਜ ਦਾ 2500 ਰੁਪਈਆ ਕਿਰਾਇਆ ਭਾੜਾ ਲੱਗ ਜਾਂਦਾ। 25 ਰੁਪਏ ਤਾਂ ਭਾੜੇ ਦੇ ਜਾਣ ਦੇ ਲੱਗ ਜਾਂਦੇ ਆ। ਤੇਰੇ ਭਾਣੇ ਕਿਤੇ ਨੇੜੇ ਹੀ ਹੈ ਯੂਪੀ? ਯੂਪੀ ਤੋਂ ਭਾਵ ਉੱਤਰ ਪ੍ਰਦੇਸ਼। ਭੈਣ ਭਰਾਵਾਂ ਨਾਲੋਂ ਕੋਈ 25 ਰੁਪਏ ਚੰਗੇ ਹੁੰਦੇ ਨੇ। ਨਾਲੇ ਉਸਦੇ ਕਿਹੜੇ 5-7 ਭਰਾ ਨੇ ਵੀ ਇੱਕ ਨਹੀਂ ਦੂਜਾ ਜਾ ਆਊ। ਤੂੰ ਤਾਂ ਕਮਲੀ ਐ। ਦੇਖ, ਜਿਵੇਂ ਅੰਮਾ ਵੀ, ਬੇਬੇ ਵੀ, ਭੈਣ ਵੀ, ਧੀ ਵੀ ਤੇ ਭਾਨੋ ਵੀ
सब कुछ मैं तैनू ही समझ लिया, तिवें वो भी अपने घर राजी बाजी होनी है। जे जाऊँ ही ना, आपे अगले उड़ीकणों हट जाते हैं। नरैण ने उठ के खरबूजे की फाड़ी भानू के कोल रखद्या क्या, पर जाओ का तो ना, जिदे जी काहदे लई टुट जींदे जी काहदे लई टुट के बहना होया। चल तू कहनी है तो तीयां नूं संधारा लैके जाऊँगा। तैनू पता है, कहते ने जदों धी हौंका भरदी है घर के चारे खुंजे हिलते हैं। वो थोड़े घर तो फिर भुचाल आया ही रहिंदा होना। क्यों, तैनू तो मैं दिन च कई बारी हौंके लैंदी नूं देखदा। लै मैं हौंके कास तो लैणे ने, आखदी भानू तूड़ी पा के मिद्धी हुई मिट्टी बाहरली कंध ते जिथे लिओड़ लै गया सी लाउण लग पई। इन्ने नूं एक वच्छा पीण लई धो के सुक्की कणक उसनूं आके खाण लग पिया। इस जाए हुए ने भी लहू पी छड्डिया सवेर दा, आखदी भानू मिट्टी वाले हत्थीं उसनूं छिछकेरन गई। वच्छा भी जाके खड़ो गया, मुड़ के झाकण लग्या जिवें मुड़ आउण दी सलाह करदा होवे। भानू फिर उसनूं भजाउण गई, काफ़ी दूर तक उसदे मगर भज्जी गई। ਵੀਹੀ लंघ सत्थ विचाले जाके ਉਹ ਝਿਜਕ ਕੇ ਖਲੋ ਗਈ। ਵਰਿਆਮੇ ਦੀ ਧਨਕੁਰ ਚਾਰਾ ਲਈ ਆਉਂਦੀ ਮਿਲੀ। ਕੁੜੇ ਭਾਨੋ, ਅੱਜ ਬਿਨਾਂ ਘੱਗਰੇ ਸੱਥ 'ਚ ਤੁਰੀ ਫਿਰਦੀ ਐ, ਇਸ ਪਿੰਡ ਨੂੰ ਪੇਕਾ ਪਿੰਡ ਬਣਾਉਣ ਦੀ ਸਲਾਹ ਤਾਂ ਨਹੀਂ ਹੋਗੀ ਤੇਰੀ ਕਿਤੇ। ਪੁਰਾਣੀਆਂ ਜਿਹੜੀਆਂ ਔਰਤਾਂ ਸੀਗੀਆਂ ਪਿੰਡਾਂ ਦੀਆਂ, ਉਹ ਚਾਹੇ ਸੂਟ ਪਹਿਨਦੀਆਂ ਸੀ, ਲੇਕਿਨ ਜਦੋਂ ਉਹ ਬਾਹਰ ਨਿਕਲਦੀਆਂ ਸੀਗੀਆਂ, ਸੱਥ ਕੋਲੋਂ ਲੰਘਦੀਆਂ ਸੀ ਤਾਂ ਘੱਗਰਾ ਪਾ ਕੇ ਲੰਘਦੀਆਂ ਸੀ। उस पल भानू दे गल समझ विच ना आई। मत्था टेकदियां अम्मा जिउंदी वसदी रहो। मैं कहा किते सिंह सभैण तां नहीं बन गई। बच्चे नूं छिछकेरन गई सी अम्मा, पीण जा खाण लग्या सी, चेता ही नहीं रहा। उसदे मगर ही सत्त ही आ गई। कोई ना, होर साल 6 महीने नूं इस धरती ते कामण पा लैणा, फिर आपे चेता रहू सब कासे दा। धनकुर ने हस के कहा। भानू नूं इस गल की भी समझ ना लगी। कोई होर गल छुण खातर वो बोली, अम्मा बीबी फिर तोरती कल। आहो, मैं तो कहा सी 2 मैसां सूईयां हुईयां ने, होर रह जा 2 महीने। माड़ी जी हट्टां च पै जे जान, जहमत तो उठी है, पर अगलियां दे भी सुख नाल लाने का काम है। 4 दिन हो गए सी बैठे नूं प्राहुणे नूं। चंगा, धीआं अपने घर ही सोंदियां ने, भानू ने कहा। पर यह गल आख के उसनूं आप नूं ही संग जी आ गई। ਉਹ ਕਾਲੇ ਪੈਰ ਪੁੱਟਦੀ ਧਨਕਰ ਦੇ ਅੱਗੋਂ ਲੰਘ ਗਈ। ਸਾਹਮਣੇ ਆਉਂਦੇ ਚਾਰਾ ਵੱਢ ਕੇ ਲਿਆਉਣ ਲਈ ਦਾਤੀ ਤੇ ਰੱਸੀ ਲਈ ਖੇਤ ਨੂੰ ਜਾਂਦੇ ਲਾਭੇ ਕੇਂਦਰ ਨੇ ਭਾਨੂ ਨੂੰ ਅੱਖ ਮਾਰੀ। ਫਿੱਟਿਆ ਹੋਇਆ ਭਾਨੂ ਨੇ ਜੀਚ ਕਿਹਾ ਤੇ ਉਸਦੇ ਕੋਲ ਦੀ ਹੋਰ ਕਾਲੀ ਹੋ ਕੇ ਲੰਘ ਗਈ। ਕਾਲੀ ਤੁਰਦੀ ਦੇ ਉਸਦੇ ਪੈਰ ਨੂੰ ਠੋਕਰ ਵੱਜੀ, ਅੰਗੂਠੇ ਦਾ ਕੱਚਾ ਨਹੁੰ ਲਹਿ ਗਿਆ, ਲਹੂ ਸਿਮ ਆਇਆ। ਬਿਨਾਂ ਪ੍ਰਵਾਹ ਕੀਤਿਆਂ ਭਾਨੂ ਘਰ ਆ ਪਹੁੰਚੀ। ਇੱਕ ਉਸਦਾ ਦਿਲ ਕੀਤਾ ਨਰੈਣ ਨੂੰ ਦੱਸ ਦੇਵੇ कि लाभे केंद्र ने अज उसनूं अख मारी सी, भला ये की कर लूँ। उसके अंदरों ही जिवें किसी ने जवाब दिता। घर आके उसने खुरलियां नूं मिट्टी लाउण लग पई। कल थाई मिट्टी ने सुक जाना है, ये सोच के वो सूरज डुब्बण तक मिट्टी लाउंदी रही। मिट्टी ला के हटी, हथ पैर धोते, हारे विचों कढ के दाल घोटी, आटा गुन्निया, धार कड्ढी, दुध तत्ता कीता। रोटी लाउण लई तवा धरिया ही सी जदों उसनूं चेता आया कि दुपहरे खूह उत्ते कपड़े धोण गई। नरैण दी पग तां वो उत्थे ही भुल आई सी, खबरे वाड़े दे पिछे डिग पई सी। सामने हुंदी तां जरूर दिस पैंदी। भानू ने सोचिया कोई ला के ना लै गया होवे, ना भी लै गया होया तां सवेर ताईं तां जरूर लै जू, हुणे चक लिआवां, फिर तां बाहला नेरा हो जू। सोचदी भानू ने छटियां चुल्हे विचों बाहर खिच दित्तियां, आटे उत्ते पौणा दित्ता, घੱਗਰਾ पाया, बाहर भेड़िया ते खूह नूं तुर पई। पिंड का धर्मशाला वाला दरवाजा लंघ के छप्पड़ी कोल एक बार इसनूं भुलेखा पिया जिवें कि उसके मगर मगर आ रहा होवे। उसने मुड़ के देखा पर हनेरे विच उसनूं कुछ ना दिसिया। छप्पड़ी लंघ बड़ियां दे कोल दी वो खूह नूं जांदी पही पै गई। खूह दी वाड़ दे परले पासियों जदों नरैण दी पग लैके मुड़ी, किसी ने खंघूरा मारिया। भानू जरा डर गई। कोई नहीं भाभी, मैं ही हाँ, जागर ने उस वल आउंदियां कहा। भानू ने आले दुआले देखा। डरना भाभी, मैं तेनू कुछ नहीं आखदा, सौं गऊ दी। भानू चुप रही। अजे गुस्सा तेरा हटिया नहीं? भानू ने फिर भी कुछ ना आख्या। तेरी सौं भाभी, जदों मैनू पता लग्या भी बाई नरैण ने तेनू कुट्टिया, जी करे जानी हड्डियां झप जां उसदियां। भाभी भावें जान भी लै लै,
ਪਰ ਰੱਬ ਦੇ ਵਾਸਤੇ ਇਉਂ ਗੁੱਸੇ ਨਾ ਹੋ। ਜਾਗਰ ਨੇ ਰੋਣ ਹਾਕਾ ਹੋ ਕੇ ਕਿਹਾ। ਜਾਗਰਾ, ਤੂੰ ਤਾਂ ਸਰਵਣ ਦਾ ਆੜੀ ਸੀ, ਭਾਨੋ ਨੇ ਨਰੋਹਰਾ ਦਿੱਤਾ। ਉਹ ਤਾਈਓ ਤਾਂ ਭਾਬੀ ਤੇਰਾ ਖਿਆਲ ਰਹਿੰਦਾ ਹੈ। ਧਰਮ ਨਾਲ ਮੈਂ ਸੱਚ ਕਹਿਣਾ, ਤੇਰੀ ਖਾਤਰ ਮੈਂ ਜਾਨ ਦੇਣ ਨੂੰ ਵੀ ਤਿਆਰ ਹਾਂ। ਹਾਂ, ਬਥੇਰਾ ਰਹਿੰਦਾ ਜਾਗਰਾ, ਰੱਬ ਕਿਸੇ ਨੂੰ ਔਖਾ ਵੇਲਾ ਨਾ ਦਿਖਾਵੇ। ਤੂੰ ਮੂੰਹੋਂ ਤਾਂ ਕੱਢ, ਮੈਂ ਤੇਰੀ ਖਾਤਰ ਸਭ ਕੁਝ ਕਰਨ ਨੂੰ ਤਿਆਰ ਹਾਂ। ਹਾਂ, ਮੈਂ ਜਾਣਦੀ ਹਾਂ ਤੈਨੂੰ, ਤੂੰ ਸੱਚ ਨਹੀਂ ਮੰਨਣਾ। ਪਹਿਲੇ ਦਿਨ ਹੀ ਜਿੱਦਣ ਮੈਂ ਤੈਨੂੰ ਦੇਖਿਆ, ਮੇਰਾ ਜਾਣੀ ਕਾਲਜਾ ਖੁੱਸਿਆ ਬਈ ਮਨਾ ਕਿੱਥੇ ਨਰੈਣਵੜੀ ਤੇ ਕਿੱਥੇ। ਤੂੰ ਭਾਬੀ ਬੁਰਾ ਨਾ ਮਨਾਈ, ਹੁਣ ਤੇਰੇ ਕੋਈ ਜੂਨ ਤਾਂ ਨਹੀਂ? ਤੂੰ ਸ਼ਰਾਬ ਪੀਤੀ ਹੋਈ ਹੈ? ਹੁਣ ਤਾਂ ਲੈ ਗਈ ਤੈਨੂੰ ਦੇਖ ਕੇ। ਕਿੱਦਣ ਦਾ ਮੈਂ ਵੇਲਾ ਤਕਾਉਂਦਾ ਸੀ ਵੀ ਕਿਤੇ ਕੱਲੀ ਟੱਕਰੇ ਤਾਂ ਕੋਈ ਗੱਲ ਕਰਾਂ। ਆਹੋ, ਗੱਲ ਕਰੇ, ਭਾਨੋ ਨੇ ਅਗਾਂਹ ਨੂੰ ਪੈਰ ਪੁੱਟਦਿਆਂ ਹਰਖ ਨਾਲ ਕਿਹਾ। ਇਉਂ ਨਹੀਂ ਭਾਬੀ, ਗੱਲ ਕਰਕੇ ਜਾ। ਜਾਗਰ ਨੇ ਭਾਨੋ ਦੇ ਅੱਗੇ ਹੋ ਕੇ ਉਸਨੂੰ ਰੋਕਦਿਆਂ ਕਿਹਾ। ਕੀ ਗੱਲ ਦੱਸ, ਭਾਨੋ ਨੇ ਖਿੱਚ ਕੇ ਕਿਹਾ। ਚੱਲ ਕਿਧਰੇ ਭੱਜ ਚਲੀਏ। ਤੂੰ ਕਮਲਾ ਹੋ ਗਿਆ ਜਾਗਰਾ, ਮਿਰਜੇ ਵਾਂਗੂ ਭਾਵੇਂ ਤੀਰਾਂ ਨਾਲ ਮਰਵਾ ਦੀ, ਪਰ ਮੈਂ ਦਗਾ ਨਹੀਂ ਦੇਣ ਲੱਗਿਆ। ਐਵੇਂ ਨਹੀਂ ਝੇਡਾਂ ਕਰੀਦੀਆਂ। ਭਾਨੋ ਨੇ ਗੱਲ ਟਾਲਣ ਦੀ ਸੋਚੀ। ਝੇਡਾਂ ਕਿਹੜਾ ਕੰਜਰ ਕਰਦਾ ਹੈ? ਮੇਰੇ ਨਾਨਕਿਆਂ ਦਾ ਇੱਕ ਮੁੰਡਾ ਬੰਬਈ ਟਰੱਕ ਵਾਹੁੰਦਾ ਹੈ, ਉੱਥੇ ਚੱਲਾਂਗੇ, ਕਿਸੇ ਨੂੰ ਪਤਾ ਨਹੀਂ ਲੱਗਣਾ। ਨਹੀਂ ਜਾਗਰਾ, ਤੂੰ ਸੈਂਤ ਮੈਨੂੰ ਕੋਈ ਐਰ ਗੈਰ ਤੀਵੀਂ ਸਮਝ ਲਿਆ, ਭਾਨੋ ਨੇ ਉਦਾਸ ਸੁਰ ਵਿੱਚ ਕਿਹਾ। ਐਰ ਗੈਰ ਤੀਵੀਂ ਲਈ ਕੌਣ ਆਪਣਾ ਘਰ-ਬਾਰ ਫੂਕਣ ਨੂੰ ਤਿਆਰ ਹੁੰਦਾ? ਮੈਨੂੰ ਤੇਰੇ ਨਾਲ ਸੱਚੀਓ ਮੋਹ ਹੋ ਗਿਆ। ਇਹ ਗੱਲ ਝੂਠ, ਹੁਣ ਤਾਂ ਇਸ ਪਿੰਡੋਂ ਅਰਥੀ ਹੀ ਨਿਕਲੂ, ਭਾਨੋ ਨੇ ਦ੍ਰਿੜ ਹੋ ਕੇ ਕਿਹਾ। ਚੰਗਾ, ਜਿਵੇਂ ਤੇਰੀ ਰਜਾ, ਪਰ ਇੱਥੇ ਰਹਿ ਕੇ ਮੇਰੇ ਨਾਲ ਗੁੱਸੇ ਦਾ ਨਾ ਹੋ। ਮੈਨੂੰ ਕਾਹਦਾ ਗੁੱਸਾ ਹੈ ਜਾਗਰਾ ਕਿਸੇ ਨਾਲ? ਤੂੰ ਕਹੇ ਤਾਂ ਹੁਣੇ ਖੂਹ ਛਾਲ ਮਾਰ ਦਿੰਨਾ, ਜੇ ਨਾ ਮਾਰਾ ਤਾਂ ਜੱਟ ਦਾ ਪੁੱਤ ਨਹੀਂ ਕੁੱਤੇ ਦਾ ਪੁੱਤ ਰੱਖੀ। ਪਰ ਕਾਹਤੋਂ? ਤੂੰ ਜੋ ਗੁੱਸੇ ਹੈ। ਭਾਨੋ ਚੁੱਪ ਕਰ ਰਹੀ। ਜੇ ਗੁੱਸੇ ਨਹੀਂ ਤਾਂ ਇੱਕ ਗੱਲ ਹੋਰ ਪੁੱਛ ਲਾਂ, ਫਿਰ ਤਾਂ ਪਤਾ ਨਹੀਂ ਕਦੋਂ ਕੱਲੀ ਟੱਕਰੇਗੀ। ਪੁੱਛ ਲੈ, ਭਾਨੋ ਨੇ ਬੇਚੈਨੀ ਨਾਲ ਵਾਰੋ ਵਾਰੀ ਪੈਰ ਚੁੱਕਦਿਆਂ ਰੱਖਦਿਆਂ ਕਿਹਾ। ਇਉਂ ਹੀ ਤੁਰ ਜਾਣਾ ਜੱਗ ਤੋਂ? ਭਾਨੋ ਨੇ ਕੋਈ ਉੱਤਰ ਨਾ ਦਿੱਤਾ। ਧੀਆਂ ਪੁੱਤ ਨਹੀਂ ਚਾਹੀਦੇ? ਜਾਗਰ ਨੇ ਭਾਨੋ ਦਾ ਪੋਲੇ ਜਿਹੇ ਹੱਥ ਫੜ ਕੇ ਕਿਹਾ। ਇੱਕਾ ਇੱਕ ਭਾਨੋ ਦਾ ਜਾਗਰ ਗਲ ਰੱਖ ਕੇ ਰੋਣ ਨੂੰ ਜੀ ਕੀਤਾ। ਉਸਨੇ ਆਪਣਾ ਹੱਥ ਜਾਗਰ ਦੇ ਹੱਥਾਂ ਵਿੱਚੋਂ ਨਾ ਖਿੱਚਿਆ। ਉਹ ਅਮਲੀ ਦੀ ਖਾਤਰ ਤੂੰ ਕਿਉਂ ਖਾਲੀ ਜਾਵੇਂ ਜੱਗ ਤੋਂ? ਉਸ ਅਮਲੀ ਦੀ ਖਾਤਰ ਤੂੰ ਕਿਉਂ ਖਾਲੀ ਜਾਵੇਂ ਜੱਗ ਤੋਂ? ਭਲਕੇ ਉਹ ਮਰ ਗਿਆ, ਤੇਰਾ ਕੌਣ ਆਪਣਾ ਹੋਊ? ਜਾਗਰ ਨੇ ਉਸਨੂੰ ਆਪਣੇ ਵੱਲ ਖਿੱਚਦਿਆਂ ਕਿਹਾ। ਨਹੀਂ ਜਾਗਰਾ ਨਹੀਂ, ਭਾਨੋ ਨੇ ਆਪਣਾ ਹੱਥ ਪਿਛਾਂਹ ਖਿੱਚਦਿਆਂ ਕਿਹਾ। ਚੰਗਾ, ਤੇਰੀ ਮਰਜ਼ੀ ਆ ਭਾਬੀ, ਪਰ ਕਦੇ ਕਦੇ ਮਿਲ ਤਾਂ ਲਿਆ ਕਰ। ਹੋਰ ਕੀ ਲੈ ਜਾਣਾ ਇਸ ਜਹਾਨ ਤੋਂ? ਜਾਗਰ ਨੇ ਹੌਂਕਾ ਭਰ ਕੇ ਕਿਹਾ। ਚੰਗਾ, ਭਾਨੋ ਨੇ ਮਰੀ ਹੋਈ ਆਵਾਜ਼ ਵਿੱਚ ਕਿਹਾ। ਖਾਸ ਹੋਂ ਸਰਵਣ ਦੀ ਵੀ ਕੱਲ ਨੂੰ ਇਸੇ ਵੇਲੇ ਇੱਥੇ ਆ ਕੇ ਮਿਲੇਗੀ। ਸਰਵਣ ਦੀ? ਇੱਕ ਪਲ ਭਾਨੋ ਨੂੰ ਜਿਵੇਂ ਧੱਕਾ ਜਿਹਾ ਵੱਜਿਆ। ਤੇਰਾ ਮੇਰਾ ਧਰਮ ਰਿਹਾ ਭਾਬੀ, ਤੇਰੀ ਮਰਜ਼ੀ ਤੋਂ ਬਿਨਾਂ ਮੈਂ ਤੈਨੂੰ ਉਂਗਲ ਨਹੀਂ ਲਾਉਂਦਾ, ਪਰ ਮਿਲ ਤਾਂ ਲਿਆ ਕਰ। ਚੰਗਾ, ਭਾਨੋ ਨੇ ਕਾਹਲੀ ਪੈ ਕੇ ਕਿਹਾ। ਖਾਸ ਹੋਂ ਫੇਰ? ਸਹੁੰ ਖਾਧੇ ਬਿਨਾਂ ਮੈਂ ਨਹੀਂ ਜਾਣ ਦੇਣਾ। ਚੰਗਾ, ਸਹੁੰ ਸਰਵਣ ਦੀ ਨਾ? ਆਹੋ। ਹਨੇਰੇ 'ਚ ਇਕੱਲੀ ਪੈਰਾਂ ਹੇਠਲੇ ਰਾਹ ਵੱਲ ਤੱਕਦੀ ਘਰ ਨੂੰ ਮੁੜੀ ਆਉਂਦੀ ਭਾਨੋ ਸੋਚ ਰਹੀ ਸੀ, ਮੈਂ ਸਰਵਣ ਦੀ ਝੂਠੀ ਸਹੁੰ ਕਾਹਨੂੰ ਖਾਣੀ ਸੀ। ਇਹ ਸੀ ਨਾਵਲ ਦਾ 6ਵਾਂ ਕਾਂਡ, ਅਤੇ 7ਵਾਂ ਕਾਂਡ ਲੈ ਕੇ ਫਿਰ ਤੁਹਾਡੇ ਸਾਹਮਣੇ ਆਵਾਂਗਾ। ਤਦ ਤੱਕ ਲਈ ਰੱਬ ਰਾਖਾ।